हाँ जी स्टूडेंट्स वेलकम। ਅੱਜ ਅਸੀਂ ਗੱਲ ਕਰਾਂਗੇ ਸਮਾਜਿਕ ਬਦਲਾਅ ਦੀ। ਭਾਰਤ ਦੀਆਂ ਜਿਹੜੀਆਂ ਸਥਿਤੀਆਂ ਨੇ ਸਮਾਜਿਕ ਰਾਜਨੀਤਿਕ ਉਹਨਾਂ ਬਾਰੇ ਅਸੀਂ ਗੱਲ ਕੀਤੀ ਆ। ਸਮਾਜਿਕ ਸੁਧਾਰਕ ਜਾਂ ਸਮਾਜ ਦੇ ਸੁਧਾਰਕ ਨੇ ਜਿਹੜੇ ਉਹ ਸਮੇਂ-ਸਮੇਂ ਤੇ ਲੋਕਾਂ ਦਾ ਮਾਰਗਦਰਸ਼ਨ ਕਰਦੇ ਰਹੇ। ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਉਹਨਾਂ ਨੇ ਸੁਧਾਰਨ ਦਾ ਭਰਪੂਰ ਯਤਨ ਕੀਤਾ। ਇਹਨਾਂ ਵਿੱਚ ਕਬੀਰ ਜੀ, ਰਵਿਦਾਸ ਜੀ ਤੇ ਦਾਦੂ ਜੀ ਜਿਹੇ ਸੰਤਾਂ ਨੇ ਲੋਕਾਂ ਨੂੰ ਅੰਧ ਵਿਸ਼ਵਾਸ, ਜਾਤ ਪਾਤ, ਵੱਖ-ਵੱਖ ਧਰਮਾਂ ਤੇ ਅਨੇਕ ਸਮਾਜਿਕ ਬੁਰਾਈਆਂ ਤੋਂ ਉਤਪੰਨ ਭੇਦਭਾਵ ਨੂੰ ਮਿਟਾਉਣ ਲਈ ਪ੍ਰੇਰਿਤ ਕੀਤਾ। ਇਹਨਾਂ ਨੇ ਲੋਕਾਂ ਨੂੰ ਸਹੀ ਮਾਰਗ ਦਿਖਾਉਣ ਲਈ ਸਰਲ ਸ਼ਬਦਾਂ ਵਿੱਚ ਗੀਤ ਤੇ ਸ਼ਲੋਕ ਲਿਖੇ। ਫਿਰ ਇੱਕ ਵੱਡੇ ਸਮਾਜ ਸੁਧਾਰਕ ਦੀ ਗੱਲ ਕਰਾਂਗੇ ਅਸੀਂ। 18ਵੀਂ ਸ਼ਤਾਬਦੀ ਵਿੱਚ ਰਾਜਾ ਰਾਮ ਮੋਹਨ ਰਾਏ ਬੰਗਾਲ ਵਿੱਚ ਪੈਦਾ ਹੋਏ। ਉਹ ਸਤੀ ਪ੍ਰਥਾ, ਬਾਲ ਪ੍ਰਥਾ, ਜਾਤੀ ਪ੍ਰਥਾ ਤੇ ਮਹਿਲਾਵਾਂ ਦੀ ਮਾੜੀ ਅਵਸਥਾ ਨੂੰ ਦੇਖ ਕੇ ਬਹੁਤ ਦੁਖੀ ਹੋਏ। ਇਸ ਲਈ ਉਹਨਾਂ ਨੇ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕੀਤਾ। ਸਰ ਸੈਯਦ ਅਹਿਮਦ ਖਾਨ ਇਹ ਵੀ ਇੱਕ ਵੱਡੇ ਸਮਾਜ ਸੁਧਾਰਕ ਹੋਏ ਨੇ। ਇਹਨਾਂ ਨੇ ਮੁਸਲਿਮ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਤੇ ਮੁਸਲਮਾਨਾਂ ਵਿੱਚ ਸਿੱਖਿਆ ਦੇ ਲਈ ਬਹੁਤ ਕੰਮ ਕੀਤੇ। ਉਹਨਾਂ ਨੇ ਅਲੀਗੜ੍ਹ ਵਿੱਚ ਇੱਕ ਮਹਾਵਿਦਿਆਲਿਆ ਦੀ ਸਥਾਪਨਾ ਕੀਤੀ। ਉਹ ਅੱਜ ਉਹੀ ਮਹਾਵਿਦਿਆਲਿਆ ਅਲੀਗੜ੍ਹ ਮੁਸਲਿਮ ਵਿਸ਼ਵਵਿਦਿਆਲਿਆ ਦੇ ਨਾਮ ਨਾਲ ਪ੍ਰਸਿੱਧ ਹੈ। ਫਿਰ ਗੱਲ ਕਰਾਂਗੇ ਅਸੀਂ ਰਾਮਾਬਾਈ ਰਾਨਾਡੇ ਦੀ। ਇਹ ਇੱਕ ਮਹਾਰਾਸ਼ਟਰ ਦੀ ਪ੍ਰਸਿੱਧ ਸਮਾਜ ਸੇਵਿਕਾ ਸੀ। ਇਹਨਾਂ ਨੇ ਕਈ ਸਕੂਲ ਖੋਲ੍ਹੇ, ਲੜਕੀਆਂ ਦੀ ਨਰਸਿੰਗ ਸਿੱਖਿਆ ਲਈ ਪੂਨਾ ਸੇਵਾ ਸਦਨ ਦੀ ਸਥਾਪਨਾ ਕੀਤੀ, ਵਿਧਵਾਵਾਂ ਤੇ ਬੱਚੀਆਂ ਦੇ ਕਲਿਆਣ ਲਈ ਕਈ ਕਾਰਜ ਕੀਤੇ। ਜਾਤੀ ਅਤੇ ਸਮਾਜ ਸੁਧਾਰ, ਜਿਹੜੇ ਸਮਾਜ ਸੁਧਾਰਕਾਂ ਦੀ ਅਸੀਂ ਗੱਲ ਕੀਤੀ ਆ ਉਹਨਾਂ 'ਚੋਂ ਕਈ ਜਾਤੀ ਅਸਮਾਨਤਾ ਦੇ ਵੀ ਵਿਰੋਧੀ ਸਨ। ਰਾਮ ਮੋਹਨ ਰਾਏ ਨੇ ਜਾਤੀ ਵਿਵਸਥਾ ਦੀ ਆਲੋਚਨਾ ਕਰਨ ਵਾਲੇ ਇੱਕ ਪੁਰਾਣੇ ਬੌਧ ਗ੍ਰੰਥ ਦਾ ਅਨੁਵਾਦ ਕੀਤਾ। ਪ੍ਰਾਰਥਨਾ ਸਮਾਜ ਭਗਤੀ ਪਰੰਪਰਾ ਦਾ ਸਮਰਥਕ ਸੀ, ਜਿਸ ਵਿੱਚ ਸਾਰੀਆਂ ਜਾਤੀਆਂ ਅਧਿਆਤਮਕ ਸਮਾਨਤਾ ਤੇ ਜ਼ੋਰ ਦਿੱਤਾ ਗਿਆ। ਜਾਤੀ ਖਾਤਮੇ ਲਈ ਕੰਮ ਕਰਨ ਦੇ ਲਈ ਬੰਬਈ ਵਿੱਚ 1840 ਈਸਵੀ ਵਿੱਚ ਪਰਮਹੰਸ ਮੰਡਲੀ ਦਾ ਗਠਨ ਕੀਤਾ ਗਿਆ। ਇਹਨਾਂ ਸੁਧਾਰਕਾਂ ਅਤੇ ਸੁਧਾਰ ਸੰਗਠਨਾਂ ਦੇ ਮੈਂਬਰਾਂ ਵਿੱਚੋਂ ਬਹੁਤ ਸਾਰੇ ਉੱਚੀਆਂ ਜਾਤੀਆਂ ਦੇ ਲੋਕ ਸਨ। ਗੁਪਤ ਬੈਠਕਾਂ ਵਿੱਚ ਇਹ ਸੁਧਾਰਕ ਭੋਜਨ ਅਤੇ ਛੂਤ ਵਰਗੇ ਮਾਮਲਿਆਂ ਵਿੱਚ ਜਾਤੀ ਸੰਬੰਧੀ ਮਾਪਦੰਡਾਂ, ਨਿਯਮਾਂ ਅਤੇ ਵਿਨਿਯਮਾਂ ਦਾ ਉਲੰਘਣ ਕਰਦੇ ਸਨ, ਜਿਸ ਨਾਲ ਆਪਣੇ ਜੀਵਨ ਵਿੱਚ ਵੀ ਜਾਤੀ ਸੰਬੰਧੀ ਬੰਧਨਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ ਸਨ। ਕਈ ਲੋਕ ਅਜਿਹੇ ਸਨ ਜੋ ਜਾਤੀ ਆਧਾਰਿਤ ਸਮਾਜਿਕ ਵਿਵਸਥਾ ਵਿੱਚ ਹੋਣ ਵਾਲੇ ਅਨਿਆਏ ਦੇ ਵਿਰੁੱਧ ਸਨ। 19ਵੀਂ ਸਦੀ ਵਿੱਚ ਈਸਾਈ ਪ੍ਰਚਾਰਕ ਆਦੀਵਾਸੀ ਸਮੁਦਾਇਆਂ ਅਤੇ ਹੇਠਲੀਆਂ ਜਾਤੀਆਂ ਦੇ ਲੋਕਾਂ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਲੱਗੇ। ਇਸ ਪ੍ਰਕਾਰ ਬੱਚਿਆਂ ਨੂੰ ਬਦਲਦੀ ਦੁਨੀਆ ਵਿੱਚ ਆਪਣਾ ਰਸਤਾ ਲੱਭਣ ਦੇ ਨਵੇਂ ਸਾਧਨ ਮਿਲਣ ਲੱਗੇ। ਉਸ ਸਮੇਂ ਬਹੁਤ ਸਾਰੇ ਗਰੀਬ ਲੋਕ ਸ਼ਹਿਰਾਂ ਵਿੱਚ ਨਿਕਲ ਰਹੀਆਂ ਨਵੀਆਂ ਨੌਕਰੀਆਂ ਦੀ ਤਲਾਸ਼ ਵਿੱਚ ਪਿੰਡ ਛੱਡ ਕੇ ਵੀ ਜਾ ਰਹੇ ਸਨ। ਨਵੇਂ ਕਾਰਖਾਨਿਆਂ, ਨਗਰ ਪਾਲਿਕਾਵਾਂ ਵਿੱਚ ਨਵੀਆਂ ਨੌਕਰੀਆਂ ਨਿਕਲ ਰਹੀਆਂ ਸਨ। ਅਸੀਂ ਸ਼ਹਿਰਾਂ ਦੇ ਵਿਸਥਾਰ ਬਾਰੇ ਪੜ੍ਹਿਆ। ਜੇ ਅਸੀਂ ਕਲਪਨਾ ਕਰੀਏ ਤਾਂ ਕਿ ਇਸ ਨਾਲ ਜਿਹੜੀ ਮਜ਼ਦੂਰੀ ਦੀ ਮੰਗ ਕਿੰਨੀ ਪੈਦਾ ਹੋਏਗੀ ਜਦੋਂ ਸ਼ਹਿਰਾਂ ਦਾ ਵਿਸਤਾਰ ਹੋਇਆ। ਸ਼ਹਿਰਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕੰਮ ਨੇ ਜਿਹੜੇ ਉਹਨਾਂ ਦੇ ਕਰਨ ਲਈ, ਜਿਵੇਂ ਨਾਲੀਆਂ ਬਣਾਉਣ ਲਈ, ਸੜਕਾਂ ਵਿਛਾਉਣ ਲਈ, ਇਮਾਰਤਾਂ ਦਾ ਨਿਰਮਾਣ ਕਰਨ ਲਈ, ਸਾਫ਼ ਕਰਨ ਲਈ, ਇਹਨਾਂ ਲਈ ਸਾਰਿਆਂ ਲਈ ਕੁਲੀਆਂ, ਖੁਦਾਈ ਕਰਨ ਵਾਲਿਆਂ, ਭਾਰ ਢੋਣ ਵਾਲਿਆਂ, ਇੱਟਾਂ ਬਣਾਉਣ ਵਾਲਿਆਂ, ਨਾਲੀਆਂ ਸਾਫ਼ ਕਰਨ ਵਾਲਿਆਂ, ਸਫਾਈ ਕਰਮੀਆਂ, ਪਾਲਕੀ ਢੋਣ ਵਾਲਿਆਂ, ਰਿਕਸ਼ਾ ਖਿੱਚਣ ਵਾਲਿਆਂ ਆਦਿ ਦੀ ਜ਼ਰੂਰਤ ਸੀ। ਤਾਂ ਇਹ ਸਾਰੇ ਮਜ਼ਦੂਰ ਕਿੱਥੋਂ ਆਏ? ਇਹ ਸਾਰੇ ਮਜ਼ਦੂਰ ਨੇ ਜਿਹੜੇ ਉਹ ਪਿੰਡਾਂ ਅਤੇ ਛੋਟੇ ਕਸਬਿਆਂ ਦੇ ਗਰੀਬ ਲੋਕ ਸ਼ਹਿਰਾਂ ਵੱਲ ਨੂੰ ਜਦੋਂ ਆਏ ਤਾਂ ਇਹ ਇੱਥੇ ਆ ਕੇ ਮਜ਼ਦੂਰੀ ਕਰਨ ਲੱਗ ਗਏ। ਸ਼ਹਿਰ ਜਾਣ ਵਾਲਿਆਂ ਵਿੱਚੋਂ ਬਹੁਤ ਸਾਰੇ ਨਿਮਨ ਜਾਤੀ ਦੇ ਲੋਕ ਵੀ ਸਨ। ਕੁਝ ਲੋਕ ਅਸਾਮ, ਮੌਰੀਸ਼ੀਅਸ, ਤ੍ਰਿਨੀਦਾਦ, ਇੰਡੋਨੇਸ਼ੀਆ ਆਦਿ ਸਥਾਨਾਂ ਤੇ ਬਾਗਾਂ ਵਿੱਚ ਕੰਮ ਕਰਨ ਲਈ ਚਲੇ ਗਏ। ਨਵੇਂ ਸਥਾਨਾਂ ਤੇ ਕੰਮ ਅਕਸਰ ਬਹੁਤ ਕਠੋਰ ਸੀ, ਪਰੰਤੂ ਗਰੀਬ
ਹੇਠਲੀ ਜਾਤੀਆਂ ਦੇ ਲੋਕਾਂ ਨੂੰ ਇਹ ਪਿੰਡਾਂ ਵਿੱਚ ਜ਼ਮੀਂਦਾਰਾਂ ਦੁਆਰਾ ਉਹਨਾਂ ਦੇ ਜੀਵਨ ਤੇ ਦਮਨਕਾਰੀ ਕਬਜ਼ੇ ਅਤੇ ਦੈਨਿਕ ਅਪਮਾਨ ਤੋਂ ਛੱਡਣ ਦਾ ਇੱਕ ਸੁਨਹਿਰੀ ਮੌਕਾ ਸੀ। ਇਸ ਦੇ ਇਲਾਵਾ ਦੂਸਰੀ ਤਰ੍ਹਾਂ ਦੀਆਂ ਨੌਕਰੀਆਂ ਵੀ ਸਾਹਮਣੇ ਆਈਆਂ। ਉਦਾਹਰਨ ਲਈ ਸੈਨਾ ਵਿੱਚ ਵੀ ਲੋਕਾਂ ਦੀ ਜ਼ਰੂਰਤ ਵੱਧ ਗਈ। ਅਛੂਤ ਮੰਨੇ ਜਾਣ ਵਾਲੇ ਮਹਾਰ ਸਮੁਦਾਇ ਦੇ ਬਹੁਤ ਸਾਰੇ ਲੋਕਾਂ ਨੇ ਮਹਾਰ ਰੈਜੀਮੈਂਟ ਵਿੱਚ ਨੌਕਰੀ ਮਿਲ ਗਈ। ਦਲਿਤ ਅੰਦੋਲਨ ਦੇ ਨੇਤਾ BR ਅੰਬੇਦਕਰ ਦੇ ਪਿਤਾ ਇੱਕ ਸੈਨਿਕ ਸਕੂਲ ਵਿੱਚ ਹੀ ਪੜ੍ਹਾਉਂਦੇ ਸਨ। ਸਮਾਨਤਾ ਤੇ ਨਿਆਂ ਦੀ ਮੰਗ। 19ਵੀਂ ਸਦੀ ਦੇ ਦੂਸਰੇ ਅੱਧ ਤੱਕ ਗੈਰ ਬ੍ਰਾਹਮਣ ਜਾਤੀਆਂ ਦੇ ਅੰਦਰ ਤੋਂ ਵੀ ਲੋਕ ਜਾਤੀ ਭੇਦਭਾਵ ਦੇ ਵਿਰੁੱਧ ਆਵਾਜ਼ ਉਠਾਉਣ ਲੱਗੇ। ਉਹਨਾਂ ਨੇ ਸਮਾਜਿਕ ਸਮਾਨਤਾ ਨਿਆਂ ਦੀ ਮੰਗ ਕਰਦੇ ਹੋਏ ਅੰਦੋਲਨ ਸ਼ੁਰੂ ਕਰ ਦਿੱਤੇ। ਮੱਧ ਭਾਰਤ ਵਿੱਚ ਸਤਨਾਮੀ ਅੰਦੋਲਨ ਦੀ ਸ਼ੁਰੂਆਤ ਘਾਸੀਦਾਸ ਨੇ ਕੀਤੀ, ਜਿਨ੍ਹਾਂ ਦਾ ਚਮੜੇ ਦਾ ਕੰਮ ਕਰਨ ਵਾਲਿਆਂ ਨੂੰ ਸੰਗਠਿਤ ਕੀਤਾ। ਉਹਨਾਂ ਦੀ ਸਮਾਜਿਕ ਸਥਿਤੀ ਵਿੱਚ ਸੁਧਾਰ ਲਈ ਅੰਦੋਲਨ ਛੇੜ ਦਿੱਤਾ। ਪੂਰਬੀ ਬੰਗਾਲ ਵਿੱਚ ਹਰੀਦਾਸ ਠਾਕੁਰ ਦੇ ਮਤੂਆ ਪੰਥ ਨੇ ਚਾਂਡਾਲ ਕਾਸ਼ਤਕਾਰਾਂ ਦੇ ਵਿਚਕਾਰ ਕੰਮ ਕੀਤਾ। ਹਰੀਦਾਸ ਨੇ ਜਾਤੀ ਵਿਵਸਥਾ ਨੂੰ ਸਹੀ ਠਹਿਰਾਉਣ ਵਾਲੇ ਬ੍ਰਾਹਮਣਵਾਦੀ ਗ੍ਰੰਥਾਂ ਤੇ ਸਵਾਲ ਉਠਾਇਆ, ਜਿਸ ਨੂੰ ਅੱਜ ਕੇਰਲ ਕਿਹਾ ਜਾਂਦਾ। ਉੱਥੇ ਐਜਾਵਾ ਜਾਤੀ ਦੇ ਸ਼੍ਰੀ ਨਾਰਾਇਣ ਗੁਰੂ ਨੇ ਆਪਣੇ ਲੋਕਾਂ ਦੇ ਵਿਚਕਾਰ ਏਕਤਾ ਦਾ ਆਦਰਸ਼ ਰੱਖਿਆ। ਉਹਨਾਂ ਨੇ ਜਾਤੀਗਤ ਭਿੰਨਤਾ ਦੇ ਆਧਾਰ ਤੇ ਲੋਕਾਂ ਦੇ ਵਿਚਕਾਰ ਭੇਦਭਾਵ ਕਰਨ ਦਾ ਵਿਰੋਧ ਕੀਤਾ। ਉਹਨਾਂ ਦੇ ਅਨੁਸਾਰ ਸਾਰੀ ਮਾਨਵਤਾ ਇੱਕ ਹੀ ਜਾਤੀ ਹੈ। ਉਹਨਾਂ ਦਾ ਇੱਕ ਹੀ ਮਹੱਤਵਪੂਰਨ ਕਥਨ ਸੀ, ਉਰ ਜਾਤੀ ਉਰ ਮਾਤਰਮ ਉਰ ਦੈਵਮ ਮਨੁਸ਼ ਜਾਨੋ। ਮਾਨਵਤਾ ਦੀ ਇੱਕ ਜਾਤੀ, ਇੱਕ ਧਰਮ, ਇੱਕ ਈਸ਼ਵਰ। ਇਹਨਾਂ ਸਾਰੇ ਪੰਥਾਂ ਦੀ ਸਥਾਪਨਾ ਅਜਿਹੇ ਲੋਕਾਂ ਨੇ ਕੀਤੀ ਜੋ ਗੈਰ ਬ੍ਰਾਹਮਣ ਜਾਤੀਆਂ ਤੋਂ ਸਨ। ਉਹਨਾਂ ਦੇ ਵਿਚਕਾਰ ਹੀ ਕੰਮ ਕਰਦੇ ਸਨ। ਉਹਨਾਂ ਨੇ ਉਹਨਾਂ ਆਦਤਾਂ ਦੇ ਤੌਰ ਤਰੀਕਿਆਂ ਨੂੰ ਬਦਲਣ ਦਾ ਯਤਨ ਕੀਤਾ ਜੋ ਪ੍ਰਭੁਤਾਸ਼ਾਲੀ ਜਾਤੀਆਂ ਦਾ ਅਪਮਾਨ ਕਰਨ ਲਈ ਉਕਸਾਉਂਦੀਆਂ ਸਨ। ਉਹਨਾਂ ਨੇ ਅਧੀਨਸਥ ਜਾਤੀਆਂ ਦੇ ਆਤਮ ਸਨਮਾਨ ਦਾ ਭਾਵ ਪੈਦਾ ਕਰਨ ਦਾ ਕੰਮ ਆਰੰਭ ਕੀਤਾ। ਗੁਲਾਮਗਿਰੀ। ਨਿਮਨ ਜਾਤੀ ਨੇਤਾਵਾਂ ਵਿੱਚ ਜੋਤੀ ਰਾਓ ਫੂਲੇ ਸਭ ਤੋਂ ਪ੍ਰਮੁੱਖ ਨੇਤਾਵਾਂ ਵਿੱਚੋਂ ਸਨ। 1827 ਈਸਵੀ ਵਿੱਚ ਜਨਮੇ ਜੋਤੀ ਰਾਓ ਫੂਲੇ ਨੇ ਈਸਾਈ ਪ੍ਰਚਾਰਕਾਂ ਦੁਆਰਾ ਖੋਲ੍ਹੇ ਗਏ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕੀਤੀ। ਵੱਡੇ ਹੋਣ ਤੇ ਉਹਨਾਂ ਨੇ ਜਾਤੀ ਆਧਾਰਿਤ ਸਮਾਜ ਵਿੱਚ ਫੈਲੇ ਅਨਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਬ੍ਰਾਹਮਣਾਂ ਦੇ ਇਸ ਦਾਅਵੇ ਤੇ ਖੁੱਲ੍ਹ ਕੇ ਹਮਲਾ ਬੋਲਿਆ ਕਿ ਆਰੀਆ ਹੋਣ ਦੇ ਕਾਰਨ ਉਹ ਸਭ ਤੋਂ ਸ੍ਰੇਸ਼ਟ ਹਨ। ਫੂਲੇ ਦਾ ਤਰਕ ਸੀ ਕਿ ਆਰੀਆ ਵਿਦੇਸ਼ੀ ਸਨ ਜੋ ਉਪ ਮਹਾਦੀਪ ਤੋਂ ਬਾਹਰ ਤੋਂ ਆਏ ਸਨ। ਉਹਨਾਂ ਨੇ ਇਸ ਮਿੱਟੀ ਦੇ ਅਸਲੀ ਵਾਰਸਾਂ ਆਰੀਆ ਦੇ ਆਉਣ ਤੋਂ ਪਹਿਲਾਂ ਇੱਥੇ ਰਹਿ ਰਹੇ ਮੂਲ ਨਿਵਾਸੀਆਂ ਨੂੰ ਹਰਾ ਕੇ ਗੁਲਾਮ ਬਣਾ ਲਿਆ। ਜਦੋਂ ਕਿ ਆਰੀਆ ਨੇ ਆਪਣਾ ਪ੍ਰਭੁਤਵ ਸਥਾਪਿਤ ਕਰ ਲਿਆ ਤਾਂ ਹਾਰੀ ਹੋਈ ਜਨਤਾ ਨੂੰ ਨੀਚ ਨਿਮਨ ਜਾਤੀ ਮੰਨਣ ਲੱਗ ਪਏ। ਫੂਲੇ ਦੇ ਅਨੁਸਾਰ ਉੱਚ ਜਾਤੀਆਂ ਦਾ ਉਹਨਾਂ ਦੀ ਜ਼ਮੀਨ ਤੇ ਸੱਤਾ ਤੇ ਕੋਈ ਅਧਿਕਾਰ ਨਹੀਂ। ਇਹ ਧਰਤੀ ਇੱਥੋਂ ਦੇ ਦੇਸੀ ਲੋਕਾਂ ਦੀ ਕਥਿਤ ਨਿਮਨ ਜਾਤੀ ਦੇ ਲੋਕਾਂ ਦੀ ਹੈ। ਫੂਲੇ ਨੇ ਦਾਅਵਾ ਕੀਤਾ ਕਿ ਆਰੀਆ ਦੇ ਸ਼ਾਸਨ ਤੋਂ ਪਹਿਲਾਂ ਇੱਥੇ ਸਵਰਨ ਯੁੱਗ ਸੀ। ਉਦੋਂ ਯੋਧਾ ਕਿਸਾਨ ਜ਼ਮੀਨ ਵਾਹੁੰਦੇ ਸਨ। ਮਰਾਠਾ ਪਿੰਡਾਂ ਤੋਂ ਨਿਆਂ ਸੰਗਤ ਅਤੇ ਨਿਰਪੱਖ ਤਰੀਕੇ ਨਾਲ ਸ਼ਾਸਨ ਕਰਦੇ ਸਨ। ਉਹਨਾਂ ਨੇ ਸੁਝਾਅ ਦਿੱਤਾ ਕਿ ਸ਼ੂਦਰਾਂ, ਮਜ਼ਦੂਰ ਜਾਤੀਆਂ ਅਤੇ ਅਤੀ ਸ਼ੂਦਰਾਂ ਅਛੂਤਾਂ ਨੂੰ ਜਾਤੀ ਭੇਦਭਾਵ ਖਤਮ ਕਰਨ ਲਈ ਸੰਗਠਿਤ ਹੋਣਾ ਚਾਹੀਦਾ ਹੈ। ਫੂਲੇ ਦੁਆਰਾ ਸਥਾਪਿਤ ਕੀਤੇ ਗਏ ਸੱਤਿਅਸ਼ੋਧਕ ਸਮਾਜ ਨਾਮਕ ਸੰਗਠਨ ਨੇ ਜਾਤੀ ਸਮਾਨਤਾ ਦੇ ਸਮਰਥਨ ਵਿੱਚ ਮੁਹਿੰਮ ਚਲਾਈ। 1873 ਈਸਵੀ ਵਿੱਚ ਫੂਲੇ ਨੇ ਗੁਲਾਮਗਿਰੀ ਨਾਮਕ ਇੱਕ ਕਿਤਾਬ ਲਿਖੀ। ਇਸ ਤੋਂ ਲਗਭਗ 10 ਸਾਲ ਪਹਿਲਾਂ ਅਮਰੀਕਾ ਗ੍ਰਹਿ ਯੁੱਧ ਹੋ ਚੁੱਕਾ ਸੀ, ਜਿਸ ਦੇ ਫਲਸਰੂਪ ਅਮਰੀਕਾ ਵਿੱਚ ਦਾਸ ਪ੍ਰਥਾ ਦਾ ਖਾਤਮਾ ਹੋ ਗਿਆ। ਫੂਲੇ ਨੇ ਆਪਣੀ ਪੁਸਤਕ ਉਹਨਾਂ ਸਾਰੇ ਅਮਰੀਕੀਆਂ ਨੂੰ ਸਮਰਪਿਤ ਕੀਤੀ ਜਿਨ੍ਹਾਂ ਨੇ ਗੁਲਾਮਾਂ ਨੂੰ ਮੁਕਤੀ ਦਿਵਾਉਣ ਦੇ ਲਈ ਸੰਘਰਸ਼ ਕੀਤਾ ਸੀ। ਇਸ ਤਰ੍ਹਾਂ ਉਹਨਾਂ ਨੇ ਭਾਰਤ ਦੀਆਂ ਨਿਮਨ ਜਾਤੀਆਂ ਤੇ ਅਮਰੀਕਾ ਦੇ ਕਾਲੇ ਗੁਲਾਮਾਂ ਦੀ ਦੁਰਦਸ਼ਾ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਿਆ। ਜਿਵੇਂ ਕਿ ਇਸ ਉਦਾਹਰਨ ਤੋਂ ਪਤਾ ਲੱਗਦਾ ਕਿ ਫੂਲੇ ਨੇ ਜਾਤੀ ਵਿਵਸਥਾ ਲਈ ਆਪਣੀ ਆਲੋਚਨਾ ਨੂੰ ਸਾਰੇ ਪ੍ਰਕਾਰ ਦੀ ਗੈਰ ਬਰਾਬਰੀ ਨਾਲ ਜੋੜ ਦਿੱਤਾ ਸੀ। ਉਹ ਉੱਚ ਜਾਤੀ ਮਹਿਲਾਵਾਂ ਦੀ ਦੁਰਦਸ਼ਾ, ਮਜ਼ਦੂਰਾਂ ਦੀ ਮੁਸੀਬਤ ਤੇ ਨਿਮਨ ਜਾਤੀਆਂ ਦੇ ਅਪਮਾਨਪੂਰਵਕ ਹਾਲਾਤ ਬਾਰੇ ਡੂੰਘੇ ਤੌਰ ਤੇ ਪਰੇਸ਼ਾਨ ਸਨ। ਜਾਤੀ ਸੁਧਾਰ ਦਾ ਇਹ ਅੰਦੋਲਨ 20ਵੀਂ ਸਦੀ ਵਿੱਚ ਵੀ ਪੱਛਮੀ ਭਾਰਤ ਵਿੱਚ ਡਾਕਟਰ BR ਅੰਬੇਦਕਰ ਅਤੇ ਦੱਖਣ ਵਿੱਚ E.V.
ਰਾਧਾ ਸਵਾਮੀ ਨਾਇਕਰ ਵਰਗੇ ਮਹਾਨ ਦਲਿਤ ਨੇਤਾਵਾਂ ਦੀ ਅਗਵਾਈ ਵਿੱਚ ਚੱਲਦਾ ਰਿਹਾ। ਅੱਗੇ ਗੱਲ ਕਰਾਂਗੇ ਅਸੀਂ ਮੰਦਿਰਾਂ ਵਿੱਚ ਕੌਣ ਜਾ ਸਕਦਾ ਸੀ। ਅੰਬੇਦਕਰ ਇੱਕ ਮਹਾਨ ਪਰਿਵਾਰ ਵਿੱਚ ਪੈਦਾ ਹੋਏ। ਬਚਪਨ ਵਿੱਚ ਉਹਨਾਂ ਨੇ ਇਸ ਗੱਲ ਨੂੰ ਬਹੁਤ ਨੇੜੇ ਤੋਂ ਦੇਖਿਆ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਜਾਤੀ ਭੇਦਭਾਵ ਤੇ ਦੁਰਭਾਵਨਾ ਕੀ ਹੁੰਦੀ ਹੈ। ਸਕੂਲਾਂ ਵਿੱਚ ਉਹਨਾਂ ਨੂੰ ਜਮਾਤ ਦੇ ਬਾਹਰ ਜ਼ਮੀਨ ਤੇ ਬੈਠਣਾ ਪੈਂਦਾ ਸੀ। ਉਹਨਾਂ ਨੂੰ ਸਵਰਨ ਬੱਚਿਆਂ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਨਲਕਿਆਂ ਤੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਉੱਚ ਅਧਿਐਨ ਲਈ ਅਮਰੀਕਾ ਜਾਣ ਲਈ ਫੈਲੋਸ਼ਿਪ ਮਿਲ ਗਈ। 1919 ਵਿੱਚ ਭਾਰਤੀ ਵਾਪਸੀ ਤੇ ਉਹਨਾਂ ਨੇ ਸਮਕਾਲੀਨ ਸਮਾਜ ਵਿੱਚ ਉੱਚ ਜਾਤੀ ਸੱਤਾ ਸੰਰਚਨਾ ਤੇ ਕਾਫੀ ਲਿਖਿਆ। ਸੰਨ 1927 ਵਿੱਚ ਅੰਬੇਦਕਰ ਨੇ ਮੰਦਿਰ ਪ੍ਰਵੇਸ਼ ਅੰਦੋਲਨ ਸ਼ੁਰੂ ਕੀਤਾ, ਜਿਸ ਵਿੱਚ ਮਹਾਨ ਜਾਤੀ ਦੇ ਲੋਕਾਂ ਨੇ ਵੱਡੀ ਸੰਖਿਆ ਵਿੱਚ ਹਿੱਸਾ ਲਿਆ। ਬ੍ਰਾਹਮਣ ਪੁਜਾਰੀ ਇਸ ਗੱਲ ਤੋਂ ਬਹੁਤ ਨਾਰਾਜ਼ ਹੋਏ। ਦਲਿਤ ਵੀ ਮੰਦਿਰ ਦੇ ਤਲਾਬ 'ਚ ਪਾਣੀ ਦਾ ਇਸਤੇਮਾਲ ਕਰ ਰਹੇ ਸਨ। 1927 ਤੋਂ 1935 ਦੇ ਵਿਚਕਾਰ ਅੰਬੇਦਕਰ ਨੇ ਮੰਦਿਰਾਂ ਵਿੱਚ ਪ੍ਰਵੇਸ਼ ਲਈ ਅਜਿਹੇ 3 ਅੰਦੋਲਨ ਚਲਾਏ। ਉਹ ਪੂਰੇ ਦੇਸ਼ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਸਮਾਜ ਵਿੱਚ ਜਾਤੀ ਪੂਰਵਗ੍ਰਹਿ ਦੀ ਜਕੜ ਕਿੰਨੀ ਮਜ਼ਬੂਤ ਹੈ। ਗੈਰ ਬ੍ਰਾਹਮਣ ਅੰਦੋਲਨ 20ਵੀਂ ਸਦੀ ਦੇ ਆਰੰਭ ਵਿੱਚ ਗੈਰ ਬ੍ਰਾਹਮਣ ਅੰਦੋਲਨ ਸ਼ੁਰੂ ਹੋਇਆ। ਇਹ ਯਤਨ ਉਹਨਾਂ ਗੈਰ ਬ੍ਰਾਹਮਣ ਜਾਤੀਆਂ ਦਾ ਸੀ ਜਿਨ੍ਹਾਂ ਨੂੰ ਸਿੱਖਿਆ, ਧਨ ਅਤੇ ਪ੍ਰਭਾਵ ਹਾਸਲ ਹੋ ਚੁੱਕਾ ਸੀ। ਉਹਨਾਂ ਦਾ ਤਰਕ ਸੀ ਕਿ ਬ੍ਰਾਹਮਣ ਤਾਂ ਉੱਤਰ ਤੋਂ ਆਏ, ਉਹਨਾਂ ਆਰਿਆ ਆਕਰਮਣਕਾਰੀਆਂ ਦੇ ਵੰਸ਼ਜ ਹਨ ਜਿਨ੍ਹਾਂ ਨੇ ਇੱਥੋਂ ਦੇ ਮੂਲ ਨਿਵਾਸੀਆਂ ਦੇਸ਼ੀ ਦਰਾਵਿੜ ਨਸਲਾਂ ਨੂੰ ਹਰਾ ਕੇ ਦੱਖਣੀ ਭੂ-ਭਾਗ ਤੇ ਜਿੱਤ ਹਾਸਲ ਕੀਤੀ ਸੀ। ਉਹਨਾਂ ਨੇ ਸੱਤਾ ਦੇ ਬ੍ਰਾਹਮਣਵਾਦੀ ਦਾਅਵੇ ਨੂੰ ਵੀ ਚੁਣੌਤੀ ਦਿੱਤੀ। ਪੇਰੀਆਰ ਦੇ ਨਾਮ ਨਾਲ ਪ੍ਰਸਿੱਧ ਈਵੀ ਰਾਧਾ ਸਵਾਮੀ ਨਾਇਕਰ ਇੱਕ ਮੱਧ ਵਰਗੀ ਪਰਿਵਾਰ ਵਿੱਚ ਪਲੇ ਵਧੇ। ਆਪਣੇ ਮੁੱਢਲੀ ਜੀਵਨ ਵਿੱਚ ਉਹ ਸੰਨਿਆਸੀ ਸਨ ਅਤੇ ਉਹਨਾਂ ਨੇ ਸੰਸਕ੍ਰਿਤ ਸ਼ਾਸਤਰਾਂ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਸੀ। ਬਾਅਦ ਵਿੱਚ ਉਹ ਕਾਂਗਰਸ ਦੇ ਮੈਂਬਰ ਬਣੇ, ਪਰੰਤੂ ਉਹਨਾਂ ਨੇ ਰਾਸ਼ਟਰਵਾਦੀਆਂ ਦੁਆਰਾ ਆਯੋਜਿਤ ਕੀਤੀ ਗਈ ਇੱਕ ਦਾਵਤ ਵਿੱਚ ਦੇਖਿਆ ਕਿ ਉੱਥੇ ਬੈਠਣ ਲਈ ਜਾਤੀਆਂ ਦੇ ਹਿਸਾਬ ਨਾਲ ਅਲੱਗ-ਅਲੱਗ ਇੰਤਜ਼ਾਮ ਕੀਤਾ ਹੋਇਆ ਹੈ, ਤਾਂ ਉਹਨਾਂ ਨੇ ਨਿਰਾਸ਼ ਹੋ ਕੇ ਪਾਰਟੀ ਛੱਡ ਦਿੱਤੀ। ਇਸ ਦਾਵਤ ਵਿੱਚ ਨਿਮਨ ਜਾਤੀਆਂ ਤੇ ਉੱਚ ਜਾਤੀਆਂ ਲਈ ਅਲੱਗ-ਅਲੱਗ ਬੈਠਣ ਦਾ ਇੰਤਜ਼ਾਮ ਸੀ। ਪੇਰੀਆਰ ਦੀ ਸਮਝ ਵਿੱਚ ਆ ਚੁੱਕਾ ਸੀ ਕਿ ਅਛੂਤਾਂ ਨੂੰ ਆਪਣੇ ਆਤਮ ਸਨਮਾਨ ਲਈ ਖੁਦ ਲੜਨਾ ਪਵੇਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਆਤਮ ਸਨਮਾਨ ਅੰਦੋਲਨ ਸ਼ੁਰੂ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਮੂਲ ਤਮਿਲ ਅਤੇ ਦਰਾਵਿੜ ਸੰਸਕ੍ਰਿਤੀ ਦੇ ਅਸਲੀ ਵਾਹਕ ਅਛੂਤ ਹੀ ਹਨ, ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਆਪਣੇ ਅਧੀਨ ਕਰ ਲਿਆ। ਉਹਨਾਂ ਦਾ ਮੰਨਣਾ ਸੀ ਕਿ ਸਾਰੇ ਧਾਰਮਿਕ ਨੇਤਾ ਅਤੇ ਮੁਖੀਆਂ ਸਮਾਜਿਕ ਵਿਭਾਜਨਾਂ ਅਤੇ ਅਸਮਾਨਤਾ ਨੂੰ ਈਸ਼ਵਰ ਪ੍ਰਦੱਤ ਮੰਨਦੇ ਹਨ। ਇਸ ਲਈ ਸਮਾਜਿਕ ਸਮਾਨਤਾ ਦੇ ਲਈ ਸਾਰੇ ਧਰਮਾਂ ਤੋਂ ਅਛੂਤਾਂ ਨੂੰ ਆਪ ਮੁਕਤੀ ਪਾਉਣੀ ਹੋਵੇਗੀ। ਪੇਰੀਆਰ ਹਿੰਦੂ ਵੇਦ ਪੁਰਾਣਾਂ ਦੇ ਕੱਟੜ ਆਲੋਚਕ ਸਨ। ਖਾਸ ਤੌਰ ਤੇ ਮਨੂ ਦੁਆਰਾ ਰਚਿਤ ਮਨੂ ਸਮ੍ਰਿਤੀ, ਭਗਵਦ ਗੀਤਾ, ਰਾਮਾਇਣ ਦੇ ਉਹ ਕਟੂ ਆਲੋਚਕ ਸਨ। ਉਹਨਾਂ ਦਾ ਕਹਿਣਾ ਸੀ ਕਿ ਬ੍ਰਾਹਮਣਾਂ ਨੇ ਹੇਠਲੀ ਜਾਤੀਆਂ ਤੇ ਆਪਣੀ ਸੱਤਾ, ਮਹਿਲਾਵਾਂ ਤੇ ਪੁਰਖਾਂ ਦਾ ਪ੍ਰਭੁਤਵ ਸਥਾਪਿਤ ਕਰਨ ਲਈ ਇਹਨਾਂ ਪੁਸਤਕਾਂ ਦਾ ਸਹਾਰਾ ਲਿਆ ਹੈ। ਇਹ ਦਲੀਲਾਂ ਲੋਕਾਂ ਨੂੰ ਸਹਿਜ ਰਾਸ ਨਹੀਂ ਆਈਆਂ। ਨਿਮਨ ਜਾਤੀ ਨੇਤਾਵਾਂ ਦੇ ਭਾਸ਼ਣਾਂ, ਵਿਚਾਰਪੂਰਨ ਲੇਖਣ ਅਤੇ ਅੰਦੋਲਨਾਂ ਤੋਂ ਉੱਚ ਜਾਤੀ ਰਾਸ਼ਟਰਵਾਦੀ ਨੇਤਾਵਾਂ ਦੇ ਵਿਚਕਾਰ ਕੁਝ ਆਤਮ ਮੰਥਨ ਤੇ ਆਤਮ ਆਲੋਚਨਾ ਦੀ ਪ੍ਰਕਿਰਿਆ ਸ਼ੁਰੂ ਹੋਈ। ਪਰੰਤੂ ਰੂੜੀਵਾਦੀ ਹਿੰਦੂ ਸਮਾਜ ਨੇ ਵੀ ਉੱਤਰ ਵਿੱਚ ਸਨਾਤਨ ਧਰਮ ਸਭਾਵਾਂ ਅਤੇ ਭਾਰਤ ਧਰਮ ਮਹਾਮੰਡਲ ਅਤੇ ਬੰਗਾਲ ਵਿੱਚ ਬ੍ਰਾਹਮਣ ਸਭਾ ਵਰਗੇ ਸੰਗਠਨਾਂ ਦੇ ਜ਼ਰੀਏ ਇਹਨਾਂ ਰੁਝਾਨਾਂ ਦਾ ਸਖਤੀ ਨਾਲ ਵਿਰੋਧ ਕੀਤਾ। ਇਹਨਾਂ ਸੰਗਠਨਾਂ ਦਾ ਮਕਸਦ ਇਹ ਸੀ ਕਿ ਹਿੰਦੂ ਧਰਮ ਵਿੱਚ ਜਾਤੀ ਉੱਚ ਨੀਚ ਨੂੰ ਜੋ ਮਹੱਤਵ ਦਿੱਤਾ ਜਾਂਦਾ ਹੈ, ਉਸ ਵਿੱਚ ਕੋਈ ਮੁਸ਼ਕਿਲ ਨਾ ਆਵੇ। ਇਹ ਸਾਬਿਤ ਕਰਨਾ ਚਾਹੁੰਦੇ ਸੀ ਕਿ ਇਸ ਗੱਲ ਨੂੰ ਧਾਰਮਿਕ ਗ੍ਰੰਥਾਂ ਵਿੱਚ ਵੀ ਮਾਨਤਾ ਮਿਲੀ ਹੋਈ ਹੈ। ਬਸਤੀਵਾਦ ਕਾਲ ਦੇ ਬਾਅਦ ਵੀ ਜਾਤੀ ਦੇ ਸਵਾਲ ਤੇ ਬਹਿਸ ਤੇ ਸੰਘਰਸ਼ ਚੱਲਦੇ ਰਹੇ, ਜਿਹੜੇ ਅੱਜ ਤੱਕ ਜਾਰੀ ਨੇ। ਤਾਂ ਇਹ ਸੀਗਾ ਸਮਾਜਿਕ ਚੇਂਜ ਦੀ ਗੱਲ, ਸੋਸ਼ਲ ਚੇਂਜ ਦੀ ਗੱਲ। ਅੱਗੇ ਅਸੀਂ ਨੈਕਸਟ ਵੀਡੀਓ ਦੇ ਵਿੱਚ MCQ ਕਰਾਂਗੇ ਇਸ ਦੇ। ਓਕੇ, ਥੈਂਕਸ।